ਕੈਨੇਡੀਅਨ ਦੁਆਬਾ ਟਾਈਮ ਦੇ ਵਿੱਚ ਆਪ ਜੀ ਦਾ ਸਵਾਗਤ ਹੈ ਜੀ। ਸਾਡੇ ਨਾਲ ਇਸ ਵੇਲੇ ਮੌਜੂਦ ਨੇ ਸ਼੍ਰੀ ਆਦੇਸ਼ ਜੀ, ਸੀਨੀਅਰ ਐਡੀਟਰ। ਹਾਂਜੀ ਆਦੇਸ਼ ਜੀ, ਸਤਿ ਸ਼੍ਰੀ ਅਕਾਲ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਆਦੇਸ਼ ਜੀ, ਸਾਡਾ ਜਿਹੜੀ ਅੱਜ ਦੀ ਚਰਚਾ ਦਾ ਵਿਸ਼ਾ ਤੁਹਾਨੂੰ ਬੜਾ ਕਹਿਰ ਵਿਸ਼ਾ ਆ, ਕੁਕੜੀ ਦੇ ਖੰਭਾਂ ਵਾਂਗੂ ਖਿੱਲਰ ਗਈ ਕਾਂਗਰਸ। ਹੁਣ ਇਹਦੇ 'ਚ ਹੋਇਆ ਕੀ ਆ ਕਿ ਬਾਬਰੋਲੇ ਤਾਂ ਬੜੇ ਲੰਬੇ ਸਮੇਂ ਤੋਂ ਕਾਂਗਰਸ ਦੇ ਉੱਤੇ ਚੱਲਦੇ ਆ ਰਹੇ ਨੇ। ਜਦੋਂ ਦੇ ਦੋਸ਼ ਲੱਗਣੇ ਸ਼ੁਰੂ ਹੋਏ ਆ ਮਜੀਠੀਆ ਤੇ ਬਾਦਲਾਂ ਦੇ ਉੱਪਰ ਸਿੱਧੂ ਵੱਲੋਂ, ਪਰ ਉਹ ਚੱਲਦੇ 4.5 ਸਾਲ ਬੀਤ ਗਏ ਅਮਰਿੰਦਰ ਸਿੰਘ ਦੇ ਕਾਂਗਰਸ ਦੇ ਵਿੱਚ ਬਤੌਰ ਸੀਐਮ। ਫਿਰ ਸੀਐਮ ਤੋਂ ਉਹਨਾਂ ਨੇ ਅਸਤੀਫਾ ਦੇ ਦਿੱਤਾ। ਉਸ ਤੋਂ ਬਾਅਦ ਅੱਗੇ ਕੀ ਹੋ ਰਿਹਾ ਆ, ਇਹਦੇ ਬਾਰੇ ਦੇ ਵਿੱਚ ਜਿਹੜੀ ਅੱਜ ਦੀ ਚਰਚਾ ਹੋਏਗੀ ਕਿ ਨਵੀਂ ਖਬਰ ਆਈ ਆ, ਰਾਣਾ ਗੁਰਮੀਤ ਸੋਢੀ ਸਾਬਕਾ ਖੇਡ ਮੰਤਰੀ ਨਵੀਂ ਖੇਡ ਖੇਲ ਗਿਆ ਅਤੇ ਭਾਜਪਾ ਵਿੱਚ ਸ਼ਾਮਲ ਹੋ ਗਿਆ। ਦੂਸਰਾ ਪੁਆਇੰਟ ਹੈਗਾ ਕਾਂਗਰਸ ਦਾ ਹਰੀਸ਼ ਚੌਧਰੀ ਰਾਹੁਲ ਗਾਂਧੀ ਕੋਲ ਰਿਪੋਰਟ ਦੇਣ ਚਲੇ ਗਿਆ ਇਸ ਬਾਬਤ। ਤੀਸਰਾ ਵਿਧਾਇਕ ਪਿੰਕੀ ਵੀ ਡੀਜੀਪੀ ਤੋਂ, ਮੌਜੂਦਾ ਡੀਜੀਪੀ ਤੋਂ ਨਾ ਖੁਸ਼ ਹੋਆ। ਇਹਦੇ ਬਾਰੇ ਦੇ ਵਿੱਚ ਤੁਹਾਡਾ ਕੀ ਕਹਿਣਾ ਆ, ਇਹ ਦੱਸੋ ਜੀ। ਪੁਆਇੰਟ ਪਹਿਲਾ ਹੈਗਾ ਰਾਣਾ ਗੁਰਮੀਤ ਸੋਢੀ ਸਾਬਕਾ ਖੇਡ ਮੰਤਰੀ ਨਵੀਂ ਖੇਡ ਖੇਡ ਗਿਆ। ਉਹ ਨਵੀਂ ਖੇਡ ਰਾਣਾ ਗੁਰਮੀਤ ਸਿੰਘ ਸੋਢੀ ਖੇਡ ਮੰਤਰੀ ਸੀ। ਖੇਡ ਮੰਤਰੀ ਤੇ ਖੇਡਾਂ ਦੇ ਇੱਥੇ ਵੀ ਬਥੇਰੀਆਂ ਖੇਡਾਂ ਖੇਡੀਆਂ, ਉਹ ਕਿਸੇ ਦੀ ਸਮਝ ਨਹੀਂ ਸੀ ਆਉਂਦੀਆਂ। ਕਦੀ ਕਿਸੇ ਇਲਜ਼ਾਮ ਲੱਗਦੇ ਰਹੇ, ਕਦੀ ਕੁਝ ਇਲਜ਼ਾਮ ਲੱਗਦੇ ਰਹੇ। ਅਲਟੀਮੇਟਲੀ ਜਦੋਂ ਇਹਨਾਂ ਨੇ ਝਟਕਾ ਦਿੱਤਾ, ਸਿੱਧੂ ਹੋਣਾ ਨੇ ਰਲ ਕੇ ਚੰਨੀ ਸਭ ਇਕੱਠੇ ਹੋ ਗਏ ਤਾਂ ਕੈਬਨਿਟ ਚੋਂ ਬਾਹਰ ਕੱਢਿਆ। ਇਹਦੇ ਨਾਲ ਹੋਰ ਵੀ 4 ਕੱਢੇ ਗਏ। ਤਾਂ ਇਹ ਪਹਿਲਾਂ ਤੋਂ ਤੈਅ ਸੀ। ਕਾਂਗਰਸ ਜਿਸ ਗੱਲ ਤੋਂ ਡਰਦੀ ਸੀ, ਕੈਪਟਨ ਅਮਰਿੰਦਰ ਸਿੰਘ ਨੂੰ ਸੋਨੀਆ ਗਾਂਧੀ ਨਹੀਂ ਹਟਾਉਣਾ ਚਾਹੁੰਦੀ ਸੀ, ਉਹ ਤਾਂ ਰਲ ਕੇ ਭੈਣ ਭਰਾਵਾਂ ਨੇ ਪੱਕਾ ਹੀ ਫੈਸਲਾ ਕਰ ਦਿੱਤਾ ਕਿ ਨਹੀਂ ਜੀ ਹਟਾਉਣਾ ਹੀ ਹੈ ਤੇ ਮਾਤਾ ਤੈਨੂੰ ਏਦਾਂ ਕੰਮ ਕਰਨਾ ਹੀ ਪੈਣਾ। ਉਹਨੇ ਫਿਰ ਕਹਿ ਦਿੱਤਾ ਕਿ ਕੈਪਟਨ ਜੀ ਵੀ ਗੱਲ ਇੱਦਾਂ ਵੀ ਹੁਣ ਤੁਸੀਂ ਅਸਤੀਫਾ ਦੇ ਦਿਓ। ਉਹ ਕਹਿੰਦਾ ਵੀ ਮੈਂ ਨਹੀਂ ਦੇਣਾ, ਮੈਂ ਤਾਂ ਬੜੀ ਦੇਰ ਦਾ ਪਾਰਟੀ 'ਚ ਰਾਜੀਵ ਗਾਂਧੀ ਦਾ ਦੋਸਤ ਵੀ ਰਿਹਾ, ਫਲਾਣਾ ਰਿਹਾ, ਢਿਮਕਾ ਰਿਹਾ, ਪੜ੍ਹਦਾ ਰਿਹਾ। ਉਹ ਫਿਰ ਉਹਨਾਂ ਨੇ ਲਿਸਟ ਦਿਖਾਈ ਵੀ ਤੁਹਾਡੇ ਸਿਰ 'ਚ ਵੀ ਸਵਾਹ ਪਏਗੀ ਤੇ ਨਾਲ ਸਾਡੇ ਸਿਰ 'ਚ ਵੀ ਸਵਾਹ ਪਏਗੀ, ਫਲੋ ਟੈਸਟ ਹੁੰਦਾ ਰਹੂਗਾ। ਉਹਨਾਂ ਨੇ 50-60 ਵਿਧਾਇਕਾਂ ਦੀ ਲਿਸਟ ਕੱਢ ਕੇ ਫੈਕਸ ਮਾਰ ਦਿੱਤੀ ਕਿ ਆਹ ਲਓ ਪੜ੍ਹ ਲਓ। ਨਹੀਂ ਤਾਂ ਫਿਰ ਇਹ ਇਕੱਠੇ ਹੋ ਕੇ ਕੱਢਣਗੇ ਤੇ ਫਿਰ ਫਾਇਦਾ ਕੀ ਹੈ, ਤੁਹਾਡੀ ਵੀ ਰਹਿ ਜੂਗੀ ਸਾਡੀ ਵੀ ਰਹਿ ਜੂਗੀ, ਚੁੱਪ ਕਰਕੇ ਅਸਤੀਫਾ ਦੇ ਦਿਓ। ਇਸ ਕਰਕੇ ਉਹਨੂੰ ਮਜਬੂਰਨ ਅਸਤੀਫਾ ਕੈਪਟਨ ਅਮਰਿੰਦਰ ਸਿੰਘ ਨੂੰ ਉਸ ਵੇਲੇ ਦੇਣਾ ਪਿਆ ਔਰ ਉਹ ਅੰਦਰੀ ਭਰਿਆ ਪੀਤਾ ਪਿਆ ਸੀ। ਕੰਮ ਤਾਂ 4.5 ਸਾਲ ਉਹਨੇ ਕਿੱਦਾਂ ਦੇ ਕੀਤੇ ਉਹ ਪਤਾ ਹੀ ਹੈ ਕਿ ਇੱਧਰ ਜਿੰਨੇ ਡੀਸੀ ਸੀ ਸਾਰੇ ਭਜਾਈ ਰੱਖੇ ਤੇ ਘਰ ਰੁਜ਼ਗਾਰ, ਉਹ ਕਿੰਨੇ ਕੁ ਰੁਜ਼ਗਾਰ ਲੋਕਾਂ ਨੂੰ ਮਿਲੇ। ਉਹ ਸਵੇਰੇ ਰੱਖਦੇ ਸੀ ਕੰਪਨੀਆਂ ਵਾਲੇ ਤੇ ਉਹ ਅਗਲੇ ਦਿਨ ਉਹਨੂੰ ਕਿਸੇ ਨੂੰ ਇਹ ਨਹੀਂ ਪਤਾ ਲੱਗਦਾ ਕਿ ਮੈਂ ਮੈਨੇਜਰ ਹਾਂ, ਉਹ ਮੈਨੇਜਰ ਕਹਿ ਕੇ ਰੱਖਦੇ ਹੀ ਤੇ ਅਗਲੇ ਦਿਨ ਉਹ ਤੋਂ ਝਾੜੂ ਪੋਚਾ ਵੀ ਕਰਾਉਂਦੇ ਸੀ ਕਈ ਥਾਵਾਂ ਤੇ। ਜਦ ਤਨਖਾਹ ਇੰਨੀ ਕੁ ਘੱਟ ਲਾ ਦਿੰਦੇ ਸੀ, ਮਹੀਨੇ ਕੁ ਬਾਅਦ ਇੰਨਾ ਕੁ ਦੁਖੀ ਕਰਦੇ ਸੀ ਕਿ ਛੱਡ ਕੇ ਵਿਚਾਰਾ ਆਪੇ ਚਲੇ ਜਾਂਦਾ ਸੀ। ਤੋ ਘਰ ਰੁਜ਼ਗਾਰ ਜਿਹੜਾ ਸੀਗਾ ਉਹ ਇੱਕ ਉਹਦੀ ਫਲਾਪ ਮੁਹਿੰਮ ਸੀ। ਲੇਕਿਨ ਇੱਕ ਹੋਰ ਵਧੀਆ ਕੰਮ ਸੀ ਕਰੋਨਾ ਵਾਇਰਸ ਦੇ ਵਿੱਚ। ਐਵੇਂ ਕਹੀਏ ਕਰੋਨਾ ਵਾਇਰਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਵਧੀਆ ਕੰਮ ਕੀਤਾ। ਪਰ ਕੰਮ ਤਾਂ ਹੋਰ ਵੀ ਕਈ ਕਰਨ ਵਾਲੇ ਸੀ। ਉਹ ਸਿੱਧੂ ਵਾਰ ਦੇ ਨਾਲ ਵਿੱਚ ਉਲਝਿਆ ਐਸਾ ਤਾਣਾ ਬਾਣਾ ਉਲਝੀ ਰੱਖਿਆ ਕਿ ਉਹ 75-25 ਦਾ ਰੌਲਾ ਪਾਉਂਦਾ ਰਿਹਾ। ਇਹਦੇ ਦਰਮਿਆਨ ਜਦੋਂ ਉਹਨੂੰ ਲਾਹਤਾ ਤੇ ਉਹਨੇ ਵੀ ਸਹੁੰ ਖਾ ਲਈ ਫਿਰ ਲਗਭਗ ਵੀ ਕੋਈ ਨਹੀਂ, ਫਿਰ ਮੈਂ ਵੀ ਫਿਰ ਦੇਖ ਲਾਂਗਾ। ਫਿਰ ਤੇ ਕਹਿੰਦੇ ਆ ਕਿ ਕਾਫੀ 25-30 ਜਾਂ 20-25 ਜਾਂ 30 ਵੀ ਹੋ ਸਕਦੇ ਆ ਵੀ ਵਿਧਾਇਕ ਜਿਹੜੇ ਆ ਕੈਪਟਨ ਅਮਰਿੰਦਰ ਸਿੰਘ ਦੇ ਨਾਲ। ਪਰ ਸਵਾਲ ਇਹ ਪੈਦਾ ਹੋ ਗਿਆ ਸੀ ਕਿ ਉਹ ਫਿਰ ਗਏ ਕਿਉਂ ਨਹੀਂ। ਉਹਦੇ ਬਾਰੇ ਤਰਕ ਇਹ ਵੀ ਦਿੱਤਾ ਜਾਂਦਾ ਰਿਹਾ ਕਿ ਉਹ ਕੈਪਟਨ ਅਮਰਿੰਦਰ ਨੇ ਆਪ ਹੀ ਕਿਹਾ ਕਿ ਤੁਸੀਂ ਹਾਲ ਦੀ ਘੜੀ ਟਿਕੇ ਰਹੋ। ਜਿਹੜੀਆਂ ਗਰੰਟਾਂ 4 ਆਉਂਦੀਆਂ ਆ ਇਹਨਾਂ ਨੇ ਤੁਹਾਡੇ ਤੇ ਬੈਨ ਕਰ ਦੇਣੀਆਂ, ਕੱਢ ਨਹੀਂ ਸਕਦੇ ਤੁਹਾਨੂੰ। ਜਿਹੜੀਆਂ ਗਰੰਟਾਂ ਮਿਲਦੀਆਂ ਲੈ ਲਓ ਤੇ ਲੋਕਾਂ 'ਚ ਆਪਣਾ ਪ੍ਰਚਾਰ ਕਰੋ। ਪਤਾ ਨਹੀਂ ਇਹ ਗੱਲ ਸੱਚ ਹੋਏਗੀ ਜਾਂ ਨਹੀਂ ਹੋਏਗੀ, ਪਰ ਇਹਦੇ ਸੰਕੇਤ ਤਾਂ ਮਿਲਣ ਹੀ ਲੱਗੇ। ਹੁਸ਼ਿਆਰਪੁਰੋਂ ਵੀ ਸੇਧਮਾਰੀ ਕੀਤੀ ਹੈ। ਜ਼ਿਲ੍ਹਾ ਪ੍ਰਧਾਨ ਮੋਂਟੀ ਪਾਸੀ ਕਾਫੀ ਕਾਂਗਰਸੀ ਟਕਸਾਲੀ ਕਾਂਗਰਸੀ ਸੀ, ਠੀਕ ਆ, ਉਹਨੂੰ ਜ਼ਿਲ੍ਹਾ ਪ੍ਰਧਾਨ ਅਗਲੇ ਨੇ ਲਾਤਾ। ਉਹ ਵੀ ਕਿਤੋਂ ਨਾ ਕਿਤੋਂ ਇਲੈਕਸ਼ਨ ਲੜੇ ਗਏ, ਪਾਵਰਫੁਲ ਬੰਦਾ ਬੋਰਡ ਲੱਗੇ ਵਾਲੇ। ਏਦਾਂ ਹੀ ਕਈ ਗਾਇਕ ਵੀ ਉਹਦੇ ਕੋਲ ਚਲੇ ਗਏ। ਇੱਕ ਆਲੀਵਾਲ MP ਸੰਸਦ ਮੈਂਬਰ ਸੀ ਲੁਧਿਆਣੇ ਤੋਂ, ਉਹ ਰਿਹਾ ਆ, ਉਹ ਵੀ ਕਾਫੀ ਪਾਵਰਫੁਲ ਬੰਦਾ ਆ, ਉਹ ਵੀ ਗਿਆ। ਕੈਪਟਨ ਅਮਰਿੰਦਰ ਨੇ ਆਪਣਾ ਹੋਮਵਰਕ ਤਾਂ ਲਗਭਗ ਐਨ ਲਾਈਨ ਦੇ ਉੱਤੇ ਲੈਂਦਾ ਆ। ਰਹਿੰਦੀ ਕਸਰ ਭਾਜਪਾ ਪੂਰੀ ਕਰੇਗੀ। ਹੁਣ ਜਿਹੜੇ 4-5 ਮੰਤਰੀ ਲਾਏ ਆ, ਇਹ ਵੀ ਹੋ ਸਕਦਾ ਕਿ ਉਹਨਾਂ ਦੀ ਟਿਕਟ ਕੱਟੀ ਜਾਏ, ਕਿਉਂਕਿ ਜਦੋਂ ਉਹਨੂੰ ਤੁਸੀਂ ਕੈਬਨਿਟ ਤੋਂ ਬਾਹਰ ਕਰ ਦਿੱਤਾ ਤੇ ਲੋਕਾਂ 'ਚ ਉਹਨਾਂ ਦਾ ਇਮੇਜ ਤਾਂ ਖਤਮ ਹੋ ਜਾਣਾ।
ਵੀ ਯਾਰ ਇਹਨੂੰ ਤਾਂ ਹੁਣ ਲਾਤਾ ਹਾਂਜੀ ਕੈਬਨਿਟ ਮੰਤਰੀ ਤੋਂ, ਹਾਂਜੀ ਤੇ ਗਾਂ ਇਹਨੇ ਬੰਨਾ ਨਹੀਂ, ਆਰੋਪ ਤਾਂ ਇਦਾਂ ਹੀ ਤੇ ਚੱਲਦੇ ਰਹਿਣੇ। ਹਾਂਜੀ ਤੇ ਉਹ ਅਸਰ ਜਿਹੜਾ ਆ ਉਹਨਾਂ ਦੀ ਹਾਰਨ ਤੇ ਵੀ ਪਏਗਾ। ਤਾਂ ਉਹ ਇਹ ਵੀ ਜਾਣਦੇ ਆ ਕਿ ਜੇ ਕੈਬਨਿਟ ਮੰਤਰੀ ਤੋਂ ਲਾਇਆ ਤਾਂ ਹੋ ਸਕਦਾ ਕਾਂਗਰਸ ਜਿਹੜੀ ਆ ਉਹ ਟਿਕਟਾਂ ਹੀ ਕੱਢ ਦੇ। ਅੱਛਾ ਤਾਂ ਨੈਚੁਰਲੀ ਉਹ ਵੀ ਚਾਰੇ ਪੰਜੇ ਜਿਹੜੇ ਹੈਗੇ ਆ ਉਹਨਾਂ ਚ ਸੋਢੀ ਵੀ ਇੱਕ ਸੀ, ਅੱਛਾ ਹਾਂ ਰਾਣਾ ਗੁਰਮੀਤ ਸੋਢੀ ਵੀ ਇੱਕ ਸੀ। ਅੱਛਾ ਠੀਕ ਹੈ। ਹੁਣ ਇੱਥੇ ਇੱਕ ਸਵਾਲ ਹੋਰ ਪੈਦਾ ਹੋ ਜਾਂਦਾ ਕਿ ਕੈਪਟਨ ਦਾ ਬੰਦਾ ਸੀ ਤੇ ਸੋਢੀ ਕੈਪਟਨ ਦਾ ਬੰਦਾ ਹੋਣ ਖੂਨ ਦੇ ਬਾਵਜੂਦ ਬੀਜੇਪੀ ਦੇ ਵਿੱਚ ਕਿਉਂ ਗਿਆ? ਬੀਜੇਪੀ ਤੁਹਾਨੂੰ ਦੱਸਦਾ ਨਾ, ਬੀਜੇਪੀ ਕੋਈ ਸਧਾਰਨ ਪਾਰਟੀ ਨਹੀਂ ਹੈ, ਨੈਸ਼ਨਲ ਪਾਰਟੀ ਹੈ। ਗੇਮਾਂ ਤਿਕੜਮਬਾਜ਼ੀਆਂ ਸਾਰੀਆਂ ਜਾਣਦੀ ਆ ਉਹ, ਔਰ ਕਈ ਤਿਕੜਮਬਾਜ਼ੀਆਂ ਦੇ ਵਿੱਚ ਉਹਨੇ ਕਈ ਕੁਝ ਕਰਨਾ ਤੇ ਉਹ ਕਰੇਗੀ। ਪਰ ਕਹਿੰਦੇ ਆ ਕਿ ਕੈਪਟਨ ਵੀ ਜਿਹੜਾ ਸੀਗਾ ਅਮਿਤ ਸ਼ਾਹ ਦੇ ਕੋਲ ਤੁਰੰਤ ਹੀ ਪਹੁੰਚ ਗਿਆ ਸੀ ਅਸਤੀਫਾ ਦੇਣ ਤੋਂ ਬਾਅਦ, ਤੇ ਉਹਨਾਂ ਨੇ ਕੋਈ ਲਿਸਟ ਕੋਈ ਜਾਰੀ ਕਰ ਦਿੱਤੀ ਕਿ ਤੁਹਾਡਾ ਕੋਈ ਜਿਹੜਾ ਅਰੂਸਾ ਆਲਮ ਦੇ ਨਾਲ ਕੋਈ ਸੰਬੰਧਾਂ ਸੰਬੰਧੀ ਕੋਈ ਜਿਹੜਾ ਹੈਗਾ ਆ ਗੈਰ ਭਾਰਤੀ ਲੇਡੀ ਦੇ ਕਾਰਨ ਕੋਈ ਪਰੇਸ਼ਾਨੀ ਪੈਦਾ ਹੋਣੀ ਆ, ਵੀ ਸਾਨੂੰ ਪਰੇਸ਼ਾਨੀ ਹੋਊਗੀ, ਕੋਈ ਇਦਾਂ ਦਾ ਵੀ ਕੋਈ ਚੱਕਰ ਹੋਇਆ ਸੀ ਪਹਿਲਾਂ? ਉਹ ਸਿਰਫ ਤਿਕੜਮਬਾਜ਼ੀ ਸੀਗੀ। ਉਹ ਅਸਲ ਦੇ ਵਿੱਚ ਭਾਜਪਾ ਦੇਖਦੀ ਪਈ ਸੀ ਕਿ ਯਾਰ ਇਹਨੂੰ ਲਾਇਆ ਕੰਮਕਾਰ ਤਾਂ ਇਹਨੇ ਕੋਈ ਕੀਤਾ ਨਹੀਂ, ਇਹਨੂੰ ਆਪਣੇ ਵਿੱਚ ਸ਼ਾਮਲ ਕਰਾਂਗੇ ਤੇ ਅਕਸ਼ ਖਰਾਬ ਹੋਊਗਾ ਬੀਜੇਪੀ ਦਾ। ਹਾਂ ਤੇ ਬੈਟਰ ਇਹੀ ਆ ਕਿ ਇਹਨੂੰ ਕਹੀਏ ਕਿ ਆਪਣੀ ਪਾਰਟੀ ਤੂੰ ਅਲੱਗ ਬਣਾ ਲਾ। ਅੱਛਾ ਤੇ ਰਹੇਗਾ ਤੇ ਵਿੱਚ ਹੀ ਬਾਹਰੋਂ ਸਪੋਰਟ ਦੇ ਦਾਂਗੇ, ਬਾਹਰੋਂ ਸਪੋਰਟ ਦੇ ਦਾਂਗੇ। ਸਪੋਰਟ ਕੀ ਬਾਹਰੋਂ ਦੇਣੀ, ਬਾਹਰੋਂ ਸਪੋਰਟ ਲੈ ਲਾਂਗੇ, ਇਹਦੀ ਸਪੋਰਟ ਲੈ ਲਾਂਗੇ। ਹਾਂ ਦੂਜਾ, ਜੇ ਇਹਨੂੰ ਡਾਇਰੈਕਟ ਸ਼ਾਮਲ ਕਰਦੇ ਹੀ ਤਾਂ ਫਿਰ ਬੀਜੇਪੀ ਦੇ ਜਿਹੜੇ ਆ ਸ਼ਵੇਤ ਮਲਿਕ ਹੋਏ ਜਾਂ ਦੂਜੇ ਅਸ਼ਵਨੀ ਸ਼ਰਮਾ ਹੋਏ ਜਾਂ ਹੋਰ ਮਿਹਨਤੀ ਵਰਕਰ ਜਿਹੜੇ ਹੈਗੇ ਆ, ਇਹ ਥੈਲਾ ਚੁੱਕਣ ਵਾਸਤੇ ਥੋੜਾ ਰੱਖਣੇ, ਉਹਨਾਂ ਨੇ ਵੀ ਤਾਂ ਰੌਲਾ ਪਾਉਣਾ ਸੀ। ਉਹਨੇ ਵੀ ਪਾਉਣਾ ਸੀ ਵੀ ਅਸੀਂ ਇੰਨੀ ਦੇਰ ਮਿਹਨਤ ਕਰਦੇ ਰਹੇ, ਡਾਂਗਾ ਖਾਂਦੇ ਰਹੇ, ਤੇ ਜਿਹੜਾ ਡਾਂਗਾ ਮਰਵਾਉਂਦਾ ਰਿਹਾ ਉਹਨੂੰ ਤੂੰ ਚੱਕ ਕੇ ਤੂੰ ਅੱਗੇ ਲੈਂਦਾ, ਉਹਨੂੰ ਅੱਗੇ ਲੈ ਪਾਰਟੀ 'ਚ ਕਲੇਸ਼ ਖੜ ਸਕਦਾ ਹੈ। ਉਹਨਾਂ ਨੇ ਕਿਹਾ ਵੀ ਚਲੋ ਤੁਸੀਂ ਸਾਈਡ ਤੇ ਸੈਪਰੇਟ ਹੋ ਕੇ ਤੇ ਤੁਸੀਂ ਆਪਣੀ ਪਾਰਟੀ ਬਣਾ ਲਓ। ਰਹੀ ਗੱਲ ਇਹਨੇ ਮਿਲਣ ਦੀ, ਤੇ ਉਸ ਤੋਂ ਪਹਿਲਾਂ ਕੀ ਨਾ ਮਿਲਣ ਗਿਆ ਸੀਗਾ ਤੇ ਉਹਨੂੰ ਆਹ ਕਿਹਾ ਜਾਂ ਉਹ ਕਿਹਾ, ਉਹ ਜਾਂਦਾ ਕਦੋਂ ਨਹੀਂ ਸੀ? ਸੋਨੀਆ ਗਾਂਧੀ ਜਦੋਂ ਟਾਈਮ ਨਹੀਂ ਸੀ ਦਿੰਦੀ ਤੇ ਪ੍ਰਧਾਨ ਮੰਤਰੀ ਮੋਦੀ ਤਾਂ ਕਿਸੇ ਆਪਣੇ ਮੰਤਰੀਆਂ ਨੂੰ ਟਾਈਮ ਨਹੀਂ ਸੀ ਦਿੰਦਾ। ਪਰ ਇੱਕ ਗੱਲ ਸੀ ਕਿ ਜਦੋਂ ਇਹਨੂੰ ਟਾਈਮ ਨਹੀਂ ਸੀ ਮਿਲਦਾ ਤੇ ਮੋਦੀ ਸਾਹਿਬ ਤੇ ਦੂਜਾ ਅਮਿਤ ਸ਼ਾਹ ਨੂੰ ਮਿਲਣਾ ਇਹਦੇ ਲਈ ਕੋਈ ਔਖਾ ਕੰਮ ਨਹੀਂ ਸੀ। ਇਹ ਜਾਂਦਾ ਸੀ ਫੁੱਲਾਂ ਦਾ ਗੁਲਦਸਤਾ ਸ਼ੁਰੂ ਤੋਂ ਦੇ ਦਿੰਦੇ। ਹੁਣ ਵੀ ਕਈ ਕਾਂਗਰਸੀ ਇਦਾਂ ਹੀ ਕਰਦੇ ਆ ਕਿ ਫੁੱਲਾਂ ਦਾ ਗੁਲਦਸਤਾ ਚੁੱਪ ਚੁਪੀਤੇ ਜਾ ਕੇ ਤੇ ਅਮਿਤ ਸ਼ਾਹ ਨੂੰ ਭੇਂਟ ਕਰ ਆਉਂਦੇ ਆ ਕਿ ਭਾਈ ਸਾਹਿਬ ਨਜ਼ਰ ਕਿਰਪਾ ਰੱਖਿਓ। ਅੱਛਾ ਹੋਰ ਕੀ ਹੈ? ਹਾਂ ਤੇ ਉਹ ਜਿਸ ਹਿਸਾਬ ਨਾਲ ਕਾਂਗਰਸ ਦੇ ਵਿੱਚ ਇਹ ਸਾਰਾ ਸਿਸਟਮ ਚੱਲ ਰਿਹਾ, ਰਾਣਾ ਸੋਢੀ, ਇਹ ਸਵਾਲ ਪੈਦਾ ਹੁੰਦਾ ਕਿ ਜਿਹੜਾ ਸੋਢੀ ਹੈ ਉਹ ਕੈਪਟਨ ਦਾ ਬੰਦਾ ਹੋਣ ਦੇ ਬਾਵਜੂਦ ਵੀ, ਪੱਕਾ ਬੰਦਾ ਹੋਣ ਦੇ ਬਾਵਜੂਦ ਵੀ ਬੀਜੇਪੀ 'ਚ ਕਿਉਂ ਗਿਆ? ਮੈਨੂੰ ਇਹ ਲੱਗਦਾ ਹੈ ਕਿ ਜਦੋਂ ਸੀਟਾਂ ਦਾ ਇਹਨਾਂ ਨੇ ਬਟਵਾਰਾ ਜਿਹਾ ਕੀਤਾ, ਕੁਝ ਢੀਂਡਸਿਆਂ ਦੀ ਸੱਦੀ 12 ਸੀਟਾਂ ਛੱਡੀਆਂ ਤੇ ਕੈਪਟਨ ਨੂੰ ਦਿੱਤੀਆਂ 35 ਸੀਟਾਂ। ਟੋਟਲ ਸੀਟਾਂ 117 ਹੋ ਗਈਆਂ। ਹੁਣ ਇਹਨੇ ਕੈਪਟਨ ਨੇ ਦੇਖਿਆ ਨਾ 35 ਬੰਦੇ ਦਾ ਹੋਰ ਕੱਢ ਲਾਂਗੇ ਤੇ ਸੋਢੀ ਦਾ ਆਪਣੇ ਬੰਦਾ ਚਲੋ ਬੀਜੇਪੀ 'ਚ ਹੀ ਵਾੜ ਦਿੰਦੇ ਆ, ਰਹਿਣਾ ਤੇ ਆਪਣਾ ਹੀ ਹੈ। ਇਹ ਵੀ ਹੋ ਸਕਦਾ, ਹੋ ਨਹੀਂ ਸਕਦਾ ਇਦਾਂ ਹੀ ਹੋਇਆ ਹੋਊਗਾ। ਤੇ ਇਹ ਵੀ ਹੋ ਸਕਦਾ ਕਿ ਇਹਨੂੰ ਸ਼ੱਕ ਹੋਵੇ ਜਿਹੜਾ ਰਾਣਾ ਗੁਰਮੀਤ ਸੋਢੀ ਨੂੰ ਕਿ ਮੈਨੂੰ ਟਿਕਟ ਅੱਗੇ ਇਹਨੇ ਦੇਣੀ ਆ ਕਾਂਗਰਸ ਨੇ ਜਾਂ ਕੈਪਟਨ ਨੇ ਕਿ ਨਹੀਂ ਦੇਣੀ, ਮੈਂ ਸਿੱਧਾ ਜਾਈ ਬੀਜੇਪੀ। ਕੈਪਟਨ ਤਾਂ ਦੇਗਾ ਟਿਕਟ ਉਹਨੂੰ, ਜਿਹੜਾ ਸਾਬਕਾ ਮੰਤਰੀ ਹੈ, 4 ਪੈਸੇ ਵੀ ਤਾਂ ਉਹਨੇ ਕਮਾਏ ਹੋਣਗੇ। ਸਾਬਕਾ ਮੰਤਰੀ ਨੇ ਪੈਸੇ ਵੀ ਤੇ 4 ਕਮਾਏ ਆ, ਜਿਹੜਾ ਆਰੋਪ ਲੱਗਾ ਤਾਂ ਐਵੇਂ ਤਾਂ ਨਹੀਂ ਹਟਾਤਾ। ਤੇ ਪੈਸਾ ਵੀ ਪੋਲਿਟਿਕਸ ਦੇ ਵਿੱਚ ਵੱਡਾ ਰੋਲ ਪਲੇ ਕਰਦਾ ਹੈ, ਪੈਸੇ ਨੇ ਵੀ ਰੋਲ ਵੱਡਾ ਪਲੇ ਕਰਨਾ ਹੀ ਹੈ। ਕੀ ਰੋਲ ਪਲੇ ਕਰਦਾ ਪੈਸਾ? ਪੈਸਾ ਹੋਰਡਿੰਗ ਕਿੱਥੋਂ ਲਾਉਣੇ ਆ, ਜਿਹੜੀ ਯਾਤਰਾਵਾਂ ਕਰਨੀਆਂ, ਮੋਟਰਸਾਈਕਲ ਤੇ ਤੇਲ ਪੈਣਾ। 30 ਲੱਖ ਦਾ ਕੁਝ ਇਹਨਾਂ ਨੇ ਲਿਮਿਟ ਕਰਤੀ ਆ। ਨਹੀਂ ਤੂੰ ਕਰ ਦਿੱਤੀ, ਉਹ ਪੈਸਾ ਆਊਗਾ ਕਿੱਥੋਂ? ਇਮਾਨਦਾਰ ਬੰਦਾ ਕਰ ਲੂਗਾ ਇਹਨਾਂ ਖਰਚਾ? ਨਹੀਂ ਮੈਂ ਤਾਂ ਨਹੀਂ ਕਰ ਸਕਦਾ। ਕੋਈ ਵੀ ਬੰਦਾ ਜਿਹੜੇ ਕੈਂਡੀਡੇਟ ਆਮ ਆਦਮੀ ਪਾਰਟੀ ਦੇਣ ਡਈ ਆ, ਉਹਨਾਂ ਦੀ ਜੇਬਾਂ 'ਚ ਪੈਸੇ ਤਾਂ ਦੇ ਲਓ। ਜਦੋਂ ਕਹਿੰਦੇ ਲੈ ਵੀ ਕੇਜਰੀਵਾਲ ਸਾਹਿਬ ਆ ਰਹੇ ਆ ਤੇ ਲੈ ਆਓ 2 ਬੱਸਾਂ ਭਰ ਕੇ, ਤੂੰ ਕਹੇ ਵਿਆਹ ਤੋਂ ਘੱਟ, ਵਿਆਹ ਦੇ ਖਰਚੇ ਤੋਂ ਘੱਟ ਹੁੰਦੇ ਆ। ਫਿਰ ਉਹ ਵਾਲਾ ਕਹਿੰਦਾ ਮੈਂ ਨਹੀਂ ਜਾਣਾ, ਮੈਨੂੰ ਪਹਿਲਾਂ ਅਹੁਦਾ ਦੇ ਕੋਈ। ਫਿਰ ਉਹ ਬੀਜੇਪੀ ਵਾਂਗੂ, ਜਿੱਦਾਂ ਬੀਜੇਪੀ ਜਿਹੜਾ ਵੀ ਹੁੰਦਾ ਉਹਨੂੰ ਕਹਿੰਦੇ ਵੀ ਆ ਜਾ ਬਈ ਅਹੁਦੇ ਤੇਰੇ ਲਈ ਬੜੇ, ਮੀਤ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਪੱਛਮੀ ਪ੍ਰਧਾਨ, ਉੱਤਰੀ ਪ੍ਰਧਾਨ, ਦੱਖਣੀ ਪ੍ਰਧਾਨ, ਥੱਲੜਾ ਪ੍ਰਧਾਨ, ਉੱਪਰਲਾ ਪ੍ਰਧਾਨ, ਸੱਜੇ ਖੱਬੇ ਸਾਰੇ ਪ੍ਰਧਾਨ ਬਣਾਈ ਜਾਂਦੇ ਆ। ਉਹ ਵਰਕਰ ਨਹੀਂ ਹੁੰਦੇ ਉਹਨਾਂ ਕੋਲ ਇੰਨੇ ਜਿੰਨੇ ਉਹਨਾਂ ਕੋਲ ਪ੍ਰਧਾਨ ਹੁੰਦੇ ਆ। ਤੇ ਇਹ ਵੀ ਸਿੱਖ ਗਏ। ਉਹ ਜਿਹੜਾ ਆਉਂਦਾ ਕਹਿੰਦਾ ਮੈਂ ਮੈਨੂੰ ਕਹਿੰਦਾ ਯਾਰ ਬੱਸ ਕਰ ਦਿੱਤੀ ਕਿਰਾਏ ਤੇ, ਤੂੰ ਤੇ ਵਿੱਚ ਬਹਿਣਾ ਹੀ ਆ ਭਰਾਵਾ, ਨਾਲ ਹੀ ਆ ਜਾਣਾ, ਰੋਟੀ ਪਾਣੀ ਤੈਨੂੰ ਉੱਥੇ ਛਕਾ ਦੇਣਾ। ਤੇ ਇਹ ਜਿਹੜੇ ਖਰਚੇ ਜਿਹੜੇ ਕਰਨੇ ਪੈਂਦੇ ਆ ਕੈਂਡੀਡੇਟ ਨੂੰ, ਉਹ ਜਿੱਤੇਗਾ ਇਲੈਕਸ਼ਨ ਤੇ ਉਹੀ ਗੱਡੀਆਂ 'ਚ ਤੇਲ ਪੈਣਾ, ਉਹਨਾਂ ਨੇ ਘੁੰਮਣਾ, ਪਿੰਡ ਪਿੰਡ ਜਾਣਾ, ਦਾਰੂ ਸਿੱਕਾ ਕਈ ਕੁਝ ਉਹਨਾਂ ਨੇ ਕਰਨਾ। ਉਦਾਂ ਦੇ ਬੰਦੇ ਤੁਰਦੇ ਨਹੀਂ, ਆਪਣਾ ਕੰਮ ਕਰ ਛੱਡ ਕੇ ਜਿਹਨਾਂ ਨੇ ਤੁਰਨਾ ਜਾਣਾ, ਉਹਨਾਂ ਦੇ ਖਰਚੇ ਤਾਂ ਹੋਣੇ ਹੀ ਆ। ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਦੇਖੋ ਬੀਜੇਪੀ ਨੇ ਕੀ ਕਰਨਾ। ਕੈਪਟਨ ਅਮਰਿੰਦਰ ਨੇ ਤਾਂ 35 ਦੀ ਥਾਂ ਦੇ ਉੱਤੇ ਅੱਜ 36 ਕਰ ਲਏ। ਉਹ ਵੀ ਬੰਦਾ ਉਹਦਾ ਹੀ ਆ, ਰਾਣਾ ਸੋਢੀ। ਠੀਕ ਹੈ, ਬੀਜੇਪੀ ਤੇ
ਕੈਪਟਨ 'ਚ ਤਾਂ ਕੋਈ ਫਰਕ ਹੈ ਹੀ ਨਹੀਂ। ਕੈਪਟਨ ਤਾਂ ਪਹਿਲਾਂ ਕਹਿੰਦਾ ਮੈਂ ਬੀਜੇਪੀ 'ਚ ਚੱਲ ਜਾਣਾ, ਤੇ ਬਾਅਦ ਬਾਅਦ 'ਚ ਪਾਰਟੀ ਬਾਦਲਾਂ ਤੇ ਬੀਜੇਪੀ ਚ ਬੀਜੇਪੀ ਸਾਰਿਆਂ ਦੇ ਉੱਤੇ ਹਿੰਦੁਸਤਾਨ ਦੇ ਵਿੱਚ ਉਹ ਜਾਣਦੇ ਆ ਚੰਗੀ ਤਰ੍ਹਾਂ। ਉਹਨਾਂ ਕੋਲ ਕਈ ਤਰ੍ਹਾਂ ਦੇ ਪੈਗਾਸਸ ਜਾਂ ਕਈ ਤਰ੍ਹਾਂ ਦੇ ਹਥਿਆਰ ਆ। ਈਵਨ ਈਡੀ ਤੇ ਸੀਬੀਆਈ ਹਾਂ ਇਹ ਤਾਂ ਦੋ ਅਲੱਗ ਹੋ ਗਈਆਂ ਨਾ। ਹਾਂਜੀ ਈਡੀ ਦੇ ਕੋਲ ਵੀ 10-12 ਹਜ਼ਾਰ ਬੰਦਾ ਤਕਰੀਬਨ ਹਾਂ ਜਿਹੜਾ ਪੂਰੇ ਹਿੰਦੁਸਤਾਨ ਦੇ ਐਟ ਏ ਟਾਈਮ ਰੇਡ ਕਰ ਸਕਦਾ। ਹਾਂ ਇਹਨਾਂ ਦੀ ਜਿਹੜੀ ਮੇਨ ਏਜੰਸੀ ਹੈ ਪਿੱਛੇ ਬੈਕਫੁੱਟ ਤੇ ਉਹ ਹੈ ਆਈਬੀ, ਇੰਟੈਲੀਜੈਂਸ ਬਿਊਰੋ। ਆਈਬੀ ਜਿਹੜੀ ਆ ਉਹ ਤੁਸੀਂ ਹੈਰਾਨ ਹੋਗੇ, ਹਿੰਦੁਸਤਾਨ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਨੇ ਡੀਐਸਪੀ ਪੱਧਰ ਦੇ ਅਧਿਕਾਰੀ ਨਿਯੁਕਤ ਕੀਤੇ ਹੋਏ ਆ। ਹਾਂਜੀ ਜਿਨ੍ਹਾਂ ਦੇ ਕਈ ਇੰਟੈਲੀਜੈਂਟ ਬੰਦਿਆਂ ਨਾਲ ਸੰਪਰਕ 'ਚ ਰਹਿੰਦੇ ਨੇ। ਹਾਂਜੀ ਔਰ ਸਿਵਲ ਡਰੈਸ 'ਚ ਰਹਿੰਦੇ ਨੇ, ਵਰਦੀ ਵੀ ਪਾਉਂਦੇ ਹੋਣਗੇ। ਹਾਂਜੀ ਤੇ ਉਹ ਸਾਰੀ ਦੀ ਸਾਰੀ ਮੋਦੀ ਸਾਹਿਬ ਨੂੰ ਪੂਰੀ ਦੀ ਪੂਰੀ ਰਿਪੋਰਟ ਜਿਹੜੀ ਆ ਉਹ ਸਹੀ ਐਕਚੁਅਲ ਪੇਸ਼ ਕਰ ਦਿੰਦੇ ਆ ਵੀ ਕਿਹੜਾ ਬੰਦਾ, ਕਿਹੜਾ ਮੰਤਰੀ ਤੇ ਕਿਹੜਾ ਐਮਐਲਏ ਕਿਹਦੇ ਨਾਲ ਸੰਬੰਧ ਹੈ ਤੇ ਕਿੰਨਾ ਪੈਸਾ ਇਕੱਠਾ ਕੀਤਾ ਹੈ। ਅੱਛਾ ਜੀ। ਤਾਂ ਮੋਦੀ ਸਰਕਾਰ ਵੀ ਛੇੜਦੀ ਨਹੀਂ ਆ, ਉਹ ਨਿਗਾਹ ਰੱਖਦੀ ਹੈ ਹਾਂਜੀ ਵੀ ਕਿਹਨੇ ਕੀ ਕੰਮ ਕੀਤਾ, ਕੀ ਨਹੀਂ ਕੰਮ ਕੀਤਾ। ਦੇਸ਼ ਦੀ ਬਿਹਤਰੀ ਲਈ ਨਿਗਾਹ ਰੱਖਦੀ ਆ। ਹਾਂ ਹਾਂਜੀ ਤੇ ਦੇਸ਼ ਦੀ ਬਿਹਤਰੀ ਕਾਹਦੀ ਹੋ ਗਈ ਤੇ ਇਲੈਕਸ਼ਨ ਇਸ ਟਾਈਮ ਦੇ ਉੱਤੇ ਜਿੱਦਾਂ ਉਹਨਾਂ ਨੇ ਬੰਗਾਲ 'ਚ ਚੱਕ ਕੇ ਫਟਾਫਟ ਅੰਦਰ ਕੀਤੇ ਤੇ ਬਾਕੀ ਸਾਰੇ ਖਿੱਚ ਲਏ ਨਾ। ਹਾਂਜੀ ਕਿ ਤੂੰ ਵੀ ਚੱਲ ਭਾਜਪਾ, ਤੂੰ ਵੀ ਚੱਲ ਭਾਜਪਾ। ਤੇ ਪੰਜਾਬ 'ਚ ਵੀ ਉਹ ਖੇਡਾਂ ਹੁਣ ਖੇਡਣਗੇ। ਹਾਂਜੀ ਖੈਰਾ ਚੁੱਕ ਕੇ ਅੰਦਰ ਕੀਤਾ, ਕਿਹਨੇ ਕੀਤਾ? ਈਡੀ ਨੇ ਕੀਤਾ। ਹਾਂ ਤੇ ਇਸ ਤਰ੍ਹਾਂ ਕੈਪਟਨ ਅਮਰਿੰਦਰ ਭੇਤ ਦੇਗਾ, ਹਾਂਜੀ ਕਿਉਂਕਿ ਕੈਪਟਨ ਅਮਰਿੰਦਰ ਜਦੋਂ ਮੁੱਖ ਮੰਤਰੀ ਸੀ ਤੇ ਇਹ ਥੋੜਾ ਜਿਹੇ ਮੰਤਰੀਆਂ ਨੇ ਖਾਦੇ। ਹਾਂਜੀ ਬਹੁਤੇ ਤਾਂ ਇਦਾਂ ਦੇ ਐਮਐਲਏ ਸੀ ਜਿਹੜੇ ਗੇਟ ਤੇ ਜਾ ਕੇ ਐਂਟਰੀ ਵੀ ਦਿੰਦੇ, ਸਿੱਧੇ ਧੜਾਕ ਕਰਕੇ ਕੈਪਟਨ ਨੂੰ ਮਿਲਦੇ, ਕੈਪਟਨ ਸਾਹਿਬ ਇਹਦਾ ਕੰਮ ਕਰ ਦਿਓ ਜੀ। ਕੈਪਟਨ ਕਹਿੰਦਾ ਯਾਰ ਗਲੋਂ ਲਾਓ ਯਾਰ, ਕਰ ਦਿਓ ਕੰਮ, ਕਰ ਦਿਓ ਕੰਮ। ਮਾਲ ਐਮਐਲਏ ਨੇ ਵੀ ਕਈਆਂ ਨੇ ਖਾਦਾ ਹੈ। ਅੱਛਾ। ਔਰ ਕੈਪਟਨ ਅਮਰਿੰਦਰ ਸਿੰਘ ਨੂੰ ਚੰਗੀ ਤਰ੍ਹਾਂ ਕਾਂਗਰਸੀਆਂ ਦੇ ਐਮਐਲਏ ਦੇ ਭੇਤ ਪਤਾ ਹੈ ਹਾਂਜੀ ਵੀ ਕਿੰਨੇ ਕਿਹੜੇ ਕੰਮ ਕੀਤੇ ਆ, ਕਿੰਨੇ ਪਾਣੀ ਚ ਜਦੋਂ ਉਹਨੇ ਦਬਕਾ ਮਾਰਨਾ ਵੀ ਕਾਕਾ ਫਾਈਲਾਂ ਤੇ ਤੇਰੀਆਂ ਮੇਰੇ ਕੋਲ ਹਾਲੇ ਪਈਆਂ ਸਾਰੀਆਂ ਫੋਟੋ ਸਟੇਟ ਕਾਪੀਆਂ, ਕਿੱਦਾਂ ਕਰਨੀ ਹੈ? ਕਿੱਦਾਂ ਉਹ ਕਹਿੰਦਾ ਮਾਰਾ ਜਾਣ ਤੋਂ ਫਿਰ ਆਈ ਜਾਣਾ, ਫਿਰ ਹੋਰ ਕੀ ਹੈ? ਤੇਰੇ ਕੋਲ ਆ ਜਾਣਾ ਯਾਰ। ਇਹ ਕਹਿੰਦੇ 20-25 ਮੇਰਾ ਖਿਆਲ 50-60 ਤੋਂ ਵੀ ਉੱਪਰ ਹੋਣੇ ਐਮਐਲਏ ਕੈਪਟਨ ਅਮਰਿੰਦਰ ਦੀ ਜੇਬ 'ਚ ਪਾਈ ਬੰਦਾ। ਕਾਂ ਕਿੰਨਿਆਂ ਨਹੀਂ ਕਰਦੇ ਆ। ਮੈਂ ਕਿ ਹੱਥ ਸਾਰ ਕੋਈ ਮੰਤਰੀ ਹੋਵੇ ਨਾ ਹੋਵੇ, ਪਰ ਕੈਪਟਨ ਅਮਰਿੰਦਰ ਨੇ ਸਾਰਿਆਂ ਦੀ ਫਾਈਲਾਂ ਜਿਹੜੀਆਂ ਇੰਨੇ ਓਐਸਡੀ ਠੋਕੇ ਹੋਏ ਸੀ। ਹਾਂਜੀ ਹਰ ਮੰਤਰੀ ਦੇ ਮਗਰ, ਹਰ ਐਮਐਲਏ ਦੇ ਮਗਰ ਇੱਕ ਓਐਸਡੀ ਰੱਖਿਆ ਸੀ ਉਹਨੇ ਵੀ ਯਾਰ ਪਤੀ ਉਹ ਜਿੱਦਾਂ ਮੋਦੀ ਸਾਹਿਬ ਨੇ ਮੋਦੀ ਸਰਕਾਰ ਨੇ ਰੱਖਿਆ ਸੀ ਨਾ ਆਈਬੀ ਵਾਲੇ, ਇਦਾਂ ਕੈਪਟਨ ਅਮਰਿੰਦਰ ਸਿੰਘ ਨੇ ਓਐਸਡੀ ਰੱਖੇ ਸੀ। ਉਹ ਪਤਾ ਕਰਦੇ ਰਹਿੰਦੇ ਵੀ ਕਿਹੜਾ ਐਮਐਲਏ ਕੀ ਕਰਦਾ ਪਿਆ, ਕੀ ਨਹੀਂ ਕਰਦਾ ਪਿਆ। ਅੱਛਾ ਜੀ। ਤਾਂ ਉਹ ਨੈਚੁਰਲੀ ਉਹ ਕੈਪਟਨ ਅਮਰਿੰਦਰ ਨੂੰ ਪਤਾ ਹੈ ਵੀ ਸੱਟ ਕਿੱਥੇ ਮਾਰਨੀ ਹੈ। ਹਾਂਜੀ ਉਸ ਬੰਦੇ ਨੇ, ਕੈਪਟਨ ਅਮਰਿੰਦਰ ਨੇ, ਜਿਹੜਾ ਮਾੜਾ ਮੋਟਾ ਜਿੱਤਣ ਦੀ ਸਥਿਤੀ 'ਚ ਹੈ, ਉਸ ਬੰਦੇ ਨੂੰ ਉਹਨੇ ਜਿਹਨੂੰ ਚਾਹਿਆ, ਜਿੱਤ ਤੇ ਵੀ ਕਰਪਸ਼ਨ ਦੇ ਦੋਸ਼ ਹੈ, ਹਾਂਜੀ ਉਹਨੂੰ ਇੱਕ ਵਾਰੀ ਪਿਆਰ ਨਾਲ ਉਹਨੇ ਕਹਿਣਾ ਹਾਂਜੀ ਕਿ ਮਿੱਤਰਾ ਆ ਜਾ। ਜੇ ਨਹੀਂ ਆਇਆ ਤੇ ਫਿਰ ਇੱਕ ਫੋਨ ਉੱਪਰ ਖੜਕਣਾ ਆ ਤੇ ਈਡੀ ਆਈ ਲਓ। ਕਿਉਂਕਿ ਕਰਪਟ ਦੇਖੋ, ਮੋਦੀ ਸਾਹਿਬ ਕੋਈ ਇਹ ਨਹੀਂ ਹੈ ਵੀ ਕਿਹਨਾਂ ਨੇ ਆ ਕਰਦੇ ਆ, ਜਿਨ੍ਹਾਂ ਬੰਦਿਆਂ ਨੇ ਪੈਸਾ ਖਾਧਾ ਹੈ ਉਹਨੂੰ ਹੀ ਵਸਾਉਂਦੇ, ਉਹਨੂੰ ਹੀ ਵਸਾਉਂਦੇ, ਬਾਕੀ ਤਾਂ ਚੁੱਕਦੇ ਉਹਨੂੰ। ਉਹ ਚਾਹੇ ਕੂੜਾ ਕਰਕਟ ਇਕੱਠੀ ਕਹਿੰਦੇ ਜੀ ਉਹ ਕਾਂਗਰਸ ਮੁਕਤ ਭਾਰਤ ਬਣਾਉਣਾ, ਹਾਂਜੀ, ਤੇ ਉਹ ਕਾਂਗਰਸ ਯੁਕਤ ਭਾਜਪਾ ਹੀ ਬਣਾਈ ਜਾਂਦੇ ਆ। ਜਿੰਨਾ ਉਹ ਕਰਪਟ ਮਾਲ ਸੀਗਾ ਸਾਰਾ ਕਾਂਗਰਸ ਦਾ, ਉਹ ਚੱਕ ਕੇ ਉਹ ਆਪਣੇ ਵਿੱਚ ਫਿੱਟ ਕਰੀ ਜਾਂਦੇ ਆ। ਉੱਪਰ ਉਹ ਬੈਠੇ, ਉਹ ਕਹਿੰਦੇ ਕੋਈ ਨਹੀਂ ਕਰਾਵਾਂਗੇ, ਜੇ ਕਿਤੇ ਕਰਪਸ਼ਨ ਕਰਨਗੇ ਤੇ ਪਿੱਛੇ ਸੈਂਟਾ ਵੀ ਰੱਖਿਆ ਹੈ। ਤੇ ਏਦਾਂ ਨਹੀਂ ਆਪਾਂ ਬੰਦਿਆਂ ਨੂੰ ਕਰਨ, ਮਤਲਬ ਕਿ ਉਹਨੂੰ ਨਲਾਉਣਾ ਨਹੀਂ ਹੈ ਤੇ ਸੈਂਟ ਸੁੰਟ ਪਾ ਕੇ ਤੇ ਸਾਈਡ ਤੇ ਬਿਠਾ ਦੇਣਾ, ਸਾਈਡ ਤੇ ਬਿਠਾ ਦੇਣਾ। ਔਰ ਕੈਪਟਨ ਅਮਰਿੰਦਰ ਜਿੱਦਾਂ ਉਹ ਉਧਰ ਨਿਤਿਸ਼ ਕੁਮਾਰ ਨੇ ਪਹਿਲਾਂ ਡਾਊਨ ਹੋ ਗਿਆ, ਉਹ ਸੀਟਾਂ ਘੱਟ ਹੋਣ ਦੇ ਬਾਵਜੂਦ ਵੀ ਉਹਨੂੰ ਮੁੱਖ ਮੰਤਰੀ ਬਣਾਤਾ ਤੇ ਕਹਿੰਦਾ ਡਬਲ ਇੰਜਨ ਦੀ ਸਰਕਾਰ ਹੈ। ਤਾਂ ਇੱਥੇ ਕਰਨਾ ਵੀ ਕੀ ਮੁਸ਼ਕਲ ਹੈ? ਹਾਂ ਬਿਲਕੁਲ ਸਹੀ ਗੱਲ ਰਹਿ ਗਿਆ ਸੁਖਦੇਵ ਢੀਂਡਸਾ ਪਰਿਵਾਰ, ਉਹ ਥੱਲੇ ਸੁਖਬੀਰ ਬਾਦਲ ਨੇ ਰੈਲੀਆਂ ਧੜਾ ਕਰਕੇ, ਔਰ ਉਮੀਦਵਾਰ ਜਿਸ ਸਪੀਡ ਨਾਲ ਉਹਨੇ ਹੋਮਵਰਕ ਕੀਤਾ ਉਹ ਬੜਾ ਲਾਜਵਾਬ ਆ। ਔਰ ਬੜਾ ਸੁਖਬੀਰ ਬਾਦਲ ਬਹੁਤ ਐਡਵਾਂਸ ਔਰ ਕੌਨਫੀਡੈਂਟ ਹੈ। ਪਰ ਉਹ ਪਿੱਛੇ ਜਿਹੜੀਆਂ ਬੇਅਦਬੀਆਂ ਦੇ ਮਾਮਲੇ ਆ ਉਹੀ ਪਿੱਛੇ ਨਹੀਂ ਛੱਡਦੇ, ਡਰੱਗਸ ਮਾਮਲੇ ਆ, ਮਜੀਠੀਆ ਸਾਹਿਬ ਵਾਲਾ ਇਹ ਵੀ ਨਾਲ ਹੀ ਲਟਕਿਆ ਤੁਰਿਆ। ਤੇ ਉਹ ਉਹਨਾਂ ਨੇ ਇਹਨਾਂ ਤੇ ਵੀ ਸਕੰਜਾ ਕੱਸਿਆ। ਇਹ ਨਹੀਂ ਹੈ ਵੀ ਕਾਂਗਰਸ ਦੇ ਉੱਤੇ ਕਿਸੇ ਕੱਸਿਆ। ਸਭ ਤੋਂ ਸਟਰੋਂਗ ਬੰਦਾ ਸਿਰਸਾ ਸੀ। ਸਿਰਸਾ ਨੂੰ ਦੇਖੋ ਅਕਾਲੀਆਂ ਨੇ, ਬਾਦਲ ਦਲ ਨੇ ਕੀ ਕੀਤਾ ਕਿ ਪੰਜਾਬੀ ਬਾਗ ਚੋਂ ਇਲੈਕਸ਼ਨ ਹਾਰਨ ਦੇ ਬਾਵਜੂਦ ਉਹਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਤਾ ਸੀ। ਹਾਲੇ ਕੋਰਟ ਦਾ ਫੈਸਲਾ ਹੋਣਾ ਸੀ ਕਿ ਨਹੀਂ ਹੋਣਾ ਸੀ, ਉਹ ਤਾਂ ਚਲੋ ਬਾਅਦ ਦੀਆਂ ਗੱਲਾਂ ਕਿ ਉਹਨੂੰ ਪੰਜਾਬੀ ਆਉਂਦੀ ਸੀ ਕਿ ਨਹੀਂ ਆਉਂਦੀ ਸੀ। ਪਰ ਬੜੇ ਪਿਆਰ ਨਾਲ ਮੋਦੀ ਸਰਕਾਰ ਨੇ ਬੜੇ ਪਿਆਰ ਨਾਲ ਉਹਨੂੰ ਚੱਕ ਲਿਆ ਕਿ ਮਿੱਤਰਾ ਆ ਜਾ ਤੂੰ ਸਾਡੇ ਕੋਲ। ਹੁਣ ਇਹ ਨਹੀਂ ਪਤਾ ਉਹ ਦੋਨੋਂ ਦਿੱਲੀ ਵਰਤਦੇ ਆ ਜਾਂ ਪੰਜਾਬ 'ਚ ਵਰਤਦੇ ਆ। ਵਰਤਣਗੇ ਤਾਂ ਪੰਜਾਬ 'ਚ ਹੀ, ਇੱਕ ਸਿੱਖ ਚਿਹਰਾ ਤੇ ਨਾਲ ਹੋਊਗਾ, ਇੱਕ ਪੁਰੀ ਸਾਹਿਬ ਹੋ ਗਏ, ਦੋ ਇਹ ਹੋ ਗਏ, ਇੱਕ ਤੀਜਾ ਲਾਲਪੁਰਾ ਘੱਟ ਗਿਣਤੀ ਦਾ ਚੇਅਰਮੈਨ ਬਣਾ ਕੇ ਉਹਨਾਂ ਨੇ ਪੂਰੇ 4 ਸਵੇਰੇ ਪੰਜਾਬ ਨੂੰ ਹੁਣ
ਲਗਭਗ ਘੇਰਾ ਪਾਲਿਆ ਹੋਇਆ। ਘੇਰੇਬੰਦੀ ਆਉਣ ਕਰਦੇ। ਵਾਲੇ ਟਾਈਮ 'ਚ ਇਹ 'ਚ ਕੋਈ ਦੋ ਰਾਏ ਨਹੀਂ ਕਿ ਪਿਛਲੀਆਂ ਚੋਣਾਂ 'ਚ ਆਮ ਆਦਮੀ ਪਾਰਟੀ ਕੁਕੜੀ ਦੇ ਖੰਭਾਂ ਵਾਂਗੂ ਖਿਲਰ ਗਈ। ਹਾਂ, ਕੇਜਰੀਵਾਲ ਨੂੰ ਸਮਝ ਆ ਗਈ ਵੀ ਕਿਉਂ ਖਿਲਰੀ। ਕਿਉਂ ਖਿਲਰੀ? ਇਸ ਵਾਰੀ ਕਾਂਗਰਸ ਖਿਲਰਨ ਦਾ ਡਰ ਹੈ। ਪਿੱਛੇ ਜੀ ਰਾਣਾ ਸੋਢੀ ਨੇ ਜਿਸ ਤਰ੍ਹਾਂ ਸਿੱਧੂ ਦੇ ਖਿਲਾਫ ਰੋਕਬਾਜੀ ਕੀਤੀ, ਬਿਆਨਬਾਜ਼ੀ ਕੀਤੀ, ਤੇ ਮਗਰੇ ਹੀ ਸੁਖਪਾਲ ਸਿੰਘ ਖਹਿਰੇ ਨੇ ਫੇਸਬੁੱਕ ਤੇ ਜਿਹੜੀ ਪੋਸਟ ਪਾਈ ਹਾਂਜੀ ਕਿ ਰਾਣਾ ਸੋਢੀ ਤਾਂ ਜੀ 25 ਕਰੋੜ ਰੁਪਏ ਤੇ ਪਹਿਲਾਂ ਹੀ ਦੇ ਕੇ ਬੈਠਾ ਸੀਗਾ, ਜੁਰਮਾਨੇ ਤੌਰ ਦੇ ਉੱਤੇ ਜਮ੍ਹਾਂ ਕੀਤੇ, ਦੋਸ਼ੀ ਸਾਬਤ ਹੋ ਗਏ। ਅੱਛਾ ਜੀ। ਤੇ ਜੇ ਉਹਨੂੰ ਹੀ ਤੁਸੀਂ ਮੰਤਰੀ ਬਣਾਉਣਾ ਸੀ, ਕਈ ਵਿਧਾਇਕ ਹੋਰ ਵੀ ਸੀਗੇ ਤੁਰੇ ਕਿ ਇਹਨੂੰ ਨਾ ਬਣਾਓ ਮੰਤਰੀ, ਹਾਂਜੀ ਜੇ ਤੁਸੀਂ ਇਹਨੂੰ ਮੰਤਰੀ ਬਣਾਉਣਾ ਸੀ, ਤੇ ਜਿਹੜੇ ਦੂਜੇ ਮੰਤਰੀ ਸੀਗੇ ਹਾਂ। ਉਹਨਾਂ ਦੇ ਤਾਂ ਸਿਰਫ ਇਲਜ਼ਾਮ ਹੀ ਸੀਗੇ ਜਾਂ ਆਰੋਪ ਹੀ ਸੀਗੇ, ਦੋਸ਼ ਤਾਂ ਸਾਬਤ ਕਿਸੇ ਤੇ ਵੀ ਨਹੀਂ ਸੀ ਹੈ। ਤੇ ਜੇ ਉਹਨੂੰ ਕੱਢਣਾ ਸੀ ਤੇ ਇਹਨੂੰ ਬਣਾਉਣ ਦੀ ਕੀ ਲੋੜ ਪਈ? ਹਾਂ, ਇਹਨੂੰ ਬਣਾਉਣ ਪਰ ਇਹਨੂੰ ਬਣਾ ਬੈਠੇ। ਹਾਂ, ਉਹਨੇ ਫਿਰ ਸਿੱਧੂ ਦੇ ਉੱਤੇ ਵੀ ਤਵਾ, ਸਿੱਧੂ ਉੱਤੇ ਤਵਾ ਲਾ ਗਿਆ, ਤੇ ਉਹ ਵੀ ਕਿਹੜਾ ਘੱਟ ਆ। ਰਾਣਾ ਗੁਰਜੀਤ ਉਹ ਘੱਟ ਨਹੀਂ ਆ, ਉਹ ਵੀ ਬੜਾ ਜਦੋਂ ਬੋਲਦਾ ਫਿਰ ਉਹ ਵੀ ਆਲਾ ਦੁਆਲਾ ਨਹੀਂ ਦੇਖਦਾ। ਉਹਨੇ ਕਹਿਤਾ ਕਿ ਇਹਦਾ ਕੱਲ ਆਇਆ, ਇਹ ਤਾਂ ਬੰਨੇ ਮੁੱਖ ਮੰਤਰੀ ਚਾਹੁੰਦਾ, ਇਹ ਤਾਂ ਕਿਹੜੇ ਵੇਲੇ ਪਾਰਟੀ ਛੱਡ ਕੇ ਚੱਲ ਜਾਣੀ ਹੈ, ਚਲਾ ਹੀ ਜਾਵੇ ਤਾਂ ਵਧੀਆ ਗੱਲ ਨਹੀਂ, ਤੇ ਪਾਰਟੀ ਪਾਟੋ ਧੜ ਚ ਫਸ ਜਾਣੀ, ਪਾਰਟੀ ਤਬਾਹ ਹੋ ਜਾਣੀ। ਮਤਲਬ ਕਿ ਕਿ ਕਾਂਗਰਸ ਹੁਣ ਆਪਣੇ ਜਾਲ ਦੇ ਵਿੱਚ ਬੜੀ ਬੁਰੀ ਤਰ੍ਹਾਂ ਫਸ ਚੁੱਕੀ ਹੈ। ਚੰਨੀ ਲਈ ਬੜਾ ਵੱਡਾ ਸਿਆਪਾ ਬਣ ਚੁੱਕਾ ਫਿਰ ਇਹ। ਚੰਨੀ ਲਈ ਸਿਆਪਾ ਦਾ ਕੀ ਬੰਨਾ, ਉਹ ਤਾਂ ਵਿਚਾਰਾ ਬਣਿਆ ਤੇ ਇਹ ਤਾਂ ਮੁੱਖ ਮੰਤਰੀ ਹੈ, ਹਾਂ ਸਬੱਬ ਨਾਲ ਬਣਿਆ ਮੁੱਖ ਮੰਤਰੀ ਹੈ, ਪਰ ਉਹਦੇ ਲਈ ਤਾਂ ਸਿਆਪਾ ਹੈ ਹੀ ਹੈ। ਕਾਂਗਰਸ ਲਈ ਵੀ ਇੱਕ ਤਗੜਾ ਸਿਆਪਾ ਬਣ ਗਿਆ ਜਦੋਂ ਹੁਣ ਇਹਦੇ ਪਿੱਛੇ ਤੁਸੀਂ ਇਹ ਗੱਲ ਕਹੀ ਕਿ ਹਰੀਸ਼ ਚੌਧਰੀ ਜੋ ਕਿ ਪੰਜਾਬ ਕਾਂਗਰਸ ਦੇ ਇੰਚਾਰਜ ਆ, ਹਾਂਜੀ, ਔਰ ਉਹਨਾਂ ਤੇ ਕੈਪਟਨ ਨੇ ਇਹ ਵੀ ਇਲਜ਼ਾਮ ਲਾਇਆ ਸੀ ਹਾਂਜੀ ਕਿ ਉਹ ਸੁਪਰ ਸੀਐਮ ਤਾਂ ਉਹ ਆ, ਬਾਕੀ ਇਹ ਤਾਂ ਇੱਦਾਂ ਹੀ ਬੈਠੇ ਰਹਿੰਦੇ ਆ, ਜੋ ਕਹਿੰਦਾ ਉਦਾਂ ਹੀ ਇਹ ਕਰਦੇ ਆ। ਅੱਛਾ, ਉਹਦੇ ਚ ਪਾਵਰਾਂ ਹੈਗੀਆਂ, ਉਹਨੂੰ ਬਿਠਾਇਆ ਇਸੇ ਕਰਕੇ ਕਿ ਜੇ ਫਸਦੇ ਆ ਤੇ ਇਹਨਾਂ ਨੂੰ ਭਾਈ ਸਾਹਿਬ ਫਸਣ ਨਹੀਂ ਦੇਣਾ, ਜੋ ਮਰਜ਼ੀ ਹੋ ਜੇ। ਹਾਂ, ਤੇ ਨਾਲੇ ਰਿਪੋਰਟ ਦਿੰਦਾ ਰਿਹਾ ਵੀ ਹੁੰਦਾ ਕੀ ਹੈ। ਉਹਨੇ ਵੀ ਆਪਣੇ ਕਈ ਸੈੱਲ ਪੰਜਾਬ ਦੇ ਵਿੱਚ ਛੱਡੇ ਹੋਏ ਆ, ਇੰਡੀਪੈਂਡੈਂਟਲੀ ਲੱਭ ਲੁੱਭ ਲਏ ਆ, ਉਹਨਾਂ ਕੋਲ ਰਿਪੋਰਟਾਂ ਪੱਤਰਕਾਰਾਂ ਨੂੰ ਕਹਿ ਲਓ ਜਾਂ ਜਿੰਨਾ ਮਰਜ਼ੀ ਕਹਿ ਲਓ, ਇਕੱਠੀਆਂ ਕਰਦਾ ਰਹਿੰਦਾ ਉਹ। ਠੀਕ ਹੈ, ਹੁਣ ਜਦੋਂ ਰਾਣਾ ਸੋਢੀ ਕਿੰਨਾ ਗਿਆ ਉਧਰ ਬੀਜੇਪੀ 'ਚ, ਹਾਂਜੀ, ਤੇ ਰਾਹੁਲ ਗਾਂਧੀ ਨੇ ਉਹਨੂੰ ਸੱਦਾ ਪੱਤਰ ਭੇਜਿਆ, ਉਦੋਂ ਆਪ ਉਹਨੂੰ ਥੋੜਾ ਆ ਬੈਲ ਮੁਝੇ ਮਾਰ ਕੇ ਮੈਂ ਆਪੇ ਜਾਣਾ, ਉਹ ਦੱਸਣ ਗਿਆ ਹੈ ਕਿ ਇਦਾਂ ਦਾ ਕੋਈ ਗੱਲ ਨਹੀਂ ਹੈ, ਹਾਂ, ਘਬਰਾਉਣ ਦੀ ਕੋਈ ਗੱਲ ਨਹੀਂ ਹਾਂ, ਵੀ ਪੰਜਾਬ ਕਾਂਗਰਸ ਜਿਹੜੀ ਆ ਉਹ ਇੱਕਜੁੱਟ ਆ ਔਰ ਚੱਲ ਰਹੀ ਹੈ। ਅੱਛਾ। ਪਰ ਉਹ ਕਿੱਦਾਂ ਚੱਲ ਰਹੀ ਹੈ ਤਾਂ ਤੁਸੀਂ ਵੀ ਜਾਣਦੇ ਹੋ ਤੇ ਆਮ ਲੋਕ ਵੀ ਜਾਣਦੇ ਆ ਕਿ ਸਿੱਧੂ ਕੀ ਕਹਿੰਦਾ ਹੈ। ਹਾਂਜੀ, ਉਹ ਕਦੀ ਇੱਧਰ ਇੱਕ ਵਾਰੀ ਕਦੀ ਇੱਧਰ ਲਾਹੌਰ ਲਾ ਕੇ ਬਹਿ ਜਾਂਦਾ, ਕਦੀ ਇੱਧਰ ਕੋਈ ਜਲੰਧਰ ਲਾ ਕੇ ਬਹਿ ਜਾਂਦਾ, ਮਤਲਬ ਕਦੀ ਕੋਰਬਲ ਅੰਮ੍ਰਿਤਸਰ। ਹੋ ਹੀ ਜਾਂਦੀ ਹੈ ਕਾਂਗਰਸ ਦੇ ਥੈਲੇ 'ਚ। ਹਾਲੇ ਖੋਰ ਦੇਖੀ ਜਾਓ ਕੀ ਹੁੰਦਾ। ਅਕਾਲੀਆਂ 'ਚ ਵੀ ਸੇਂਧਮਾਰੀ ਕਰਨੀ ਆ, ਕਿਉਂਕਿ ਜਿੱਥੇ ਜਿੱਥੇ ਵੀ ਉਹਨਾਂ ਨੂੰ ਰਿਪੋਰਟਾਂ ਮਿਲੀਆਂ ਨੇ ਨਾ ਵੀ ਇੱਥੇ ਇੱਥੇ ਕਮਜ਼ੋਰੀ, ਜੇ ਅਗਲਿਆਂ ਨੇ ਸਿਰਸੇ ਵਰਗਾ ਮਨਜਿੰਦਰ ਸਿੰਘ ਸਿਰਸੇ ਵਰਗਾ ਐਡਾ ਸਿਰ ਕੱਢ ਲੀਡਰ ਹਾਂਜੀ, ਉਹ ਕੱਢ ਲਿਆ ਬਾਹਰ, ਹਾਂ, ਤੇ ਬਾਕੀ ਕਿਹੜੀ ਖੇਤ ਦੀਆਂ ਮੂਲੀਆਂ ਉਹ ਵੀ ਉਹਨੇ ਕੁਝ ਨਾ ਕੁਝ ਕੱਢ ਹੀ ਕੱਢ ਹੀ ਲੈਣੀਆਂ। ਕਿਉਂਕਿ ਕਈ ਸੀਟਾਂ ਦੇ ਉੱਤੇ ਜਿਹੜੀਆਂ ਵੋਟਾਂ ਇੱਧਰ ਉੱਧਰ ਹੋਈਆਂ ਆ, ਹਾਂ, ਉੱਥੇ ਵੀ ਉਹ ਬੰਦੇ ਵੀ ਬੀਜੇਪੀ ਜਿਹੜੀ ਆ ਉਹ ਅਕਾਲੀਆਂ ਦੇ ਚੁੱਕੇਗੀ, ਅੱਛਾ, ਜਿਹੜੇ ਕਿ ਪਿਛਲੀ ਵਾਰ ਜਿੱਤਣ ਦੀਆਂ ਸਥਿਤੀਆਂ 'ਚ ਰਹੇ ਆ, ਉਹ ਵੀ ਚੁੱਕੇਗੀ। ਪਲੱਸ ਕਾਂਗਰਸ ਨੂੰ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਨੇ ਬਲੇਮੇ 'ਚ ਲਿਆ ਹੀ ਲਿਆ। ਹਾਂਜੀ, ਉਹ ਜਿੱਦੇ ਕੋਡ ਆਫ ਕੰਡਕਟ ਲੱਗਾ ਤੇ ਪਟਾਕੇ ਦੇਖਿਓ ਕਈ ਹੋਰ ਵੀ ਪੈਣਗੇ। ਤੇ ਇਹਦਾ ਕੋਈ ਲਾਭ ਆਮ ਆਦਮੀ ਪਾਰਟੀ ਨੂੰ ਤਾਂ ਨਹੀਂ ਹੋ ਸਕਦਾ ਭਵਿੱਖ ਵਿੱਚ ਪੰਜਾਬ 'ਚ? ਨੈਚੁਰਲੀ ਆਮ ਆਦਮੀ ਪਾਰਟੀ ਨੂੰ ਤਾਂ ਫਾਇਦਾ ਮਿਲੇਗਾ ਹੀ, ਕਿਉਂਕਿ ਜੇ ਕਾਂਗਰਸ ਵੀਕ ਹੁੰਦੀ ਹੈ, ਉਹ ਲੰਬੀ ਪਿੰਡ 'ਚ ਜਦੋਂ ਕੇਜਰੀਵਾਲ ਰੈਲੀ ਕਰਨ ਗਿਆ, ਹਾਂਜੀ, ਉੱਥੇ ਉਹਨੇ ਜਾ ਕੇ ਬਾਦਲਾਂ ਦੇ ਖਿਲਾਫ ਕੁਝ ਬੋਲਿਆ ਹੀ ਨਹੀਂ ਉਹ, ਹਾਂਜੀ, ਕਿਉਂਕਿ ਉਹ ਦੇਖਦਾ ਪਿਆ ਸੀਗਾ ਕਿ ਬਾਦਲਾਂ ਦੇ ਪੱਲੇ ਕੱਖ ਨਹੀਂ ਹੈਗਾ, ਬੇਅਦਬੀ ਤੇ ਡਰੱਗ ਮਾਮਲੇ ਨੇ ਇਹਨਾਂ ਨੂੰ ਕੜੇਲੀ ਪਾਈ ਰੱਖਣੀ ਆ। ਤੇ ਸ਼੍ਰੋਮਣੀ ਕਮੇਟੀ 'ਚ ਜਿਹੜਾ ਕਥਿਤ ਭ੍ਰਿਸ਼ਟਾਚਾਰ ਚੱਲਦਾ ਹੈ, ਲੋਕੀ ਇਹਨਾਂ ਤੋਂ ਦੁਖੀ ਹੈ, ਇਹਨਾਂ ਦੇ ਖਿਲਾਫ ਬੋਲਣ ਦਾ ਕੋਈ ਬੈਨੀਫਿਟ ਨਹੀਂ ਮਿਲਣ ਵਾਲਾ, ਇਹਨਾਂ ਨੂੰ ਹਾਈਲਾਈਟ ਕਰਨ ਦੀ ਲੋੜ ਕੀ ਹੈ। ਇਸ ਕਰਕੇ ਉਹ ਸਾਰਾ ਕੁਝ ਆਪਣਾ ਗੁੱਸਾ ਕਾਂਗਰਸ ਤੇ ਕੱਢ ਗਿਆ, ਤੇ ਟੱਕਰ ਜਿਹੜੀ ਹੈ, ਤੇ ਫਿਰ ਜੇ ਇਦਾਂ ਦੀ ਗੱਲ ਹੈ ਤੇ ਫਿਰ ਉਹ ਕਾਂਗਰਸ ਦੇ ਨਾਲ ਹੀ ਉਹਦੀ ਰਹਿ ਗਈ। ਹਾਂਜੀ, ਤੇ ਜੇ ਹਾਲਾਤ ਪਲਟੀ ਖਾ ਗਏ, ਜੇ ਸਟਰੋਂਗ ਬੰਦੇ ਕੈਪਟਨ ਅਮਰਿੰਦਰ ਨੇ ਕੱਢ ਲਏ, ਹਾਂ, ਤੇ ਬੀਜੇਪੀ ਨੇ ਸਪੋਰਟ ਕਰ ਦਿੱਤੀ, ਕਿਉਂਕਿ ਬੀਜੇਪੀ ਦੇ ਕਿਸਾਨਾਂ ਨਾਲ ਤਾਂ ਹੁਣ ਕੋਈ ਵੈਰ ਵਿਰੋਧ ਰਿਹਾ ਨਹੀਂ। ਬਿਲਕੁਲ ਠੀਕ ਹੈ, ਕਿਸਾਨ ਕਈ ਤਾਂ ਕਹੀ ਜਾਂਦੇ, ਕਹਿੰਦੇ ਸਾਡਾ ਯਾਰ ਜਿੰਨਾ ਕੁ ਬਾਬਰ ਵਾਲਾ ਸੀਗਾ ਮੋਦੀ ਸਾਹਿਬ ਨੇ ਕੇਸ ਕਾਨੂੰਨ ਵਾਪਸ ਲੈ, ਸਾਡਾ ਕੰਮ ਖਤਮ। ਦੂਜਾ ਸਿਆਪਾ ਹੋਰ ਗੱਲ 'ਚ ਇੱਕ ਹੋਰ ਪਿਆ ਹੋਇਆ ਕਾਂਗਰਸ ਦੇ, ਕਿਉਂ ਕਹਿਣ ਡਏ ਕਿ ਵਾਅਦਾ ਕੀਤਾ ਇੱਕ ਸਾਰਾ ਕਿਸਾਨਾਂ ਦਾ ਕਰਜ਼ਾ ਮਾਫ ਕਰਾਂਗੇ, ਉਹ ਜਿਹੜਾ ਕਰਜ਼ਾ ਉਹ ਮਾਫ ਨਹੀਂ ਕੀਤਾ, ਔਰ ਉਹ ਅੱਜ 13 ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਨੂੰ ਘੇਰਾ ਪਾ ਕੇ ਬੈਠੇ ਨੇ, ਸਾਰੇ ਕੰਮ ਉਹਨਾਂ ਨੇ ਠੱਪ ਕਰ ਦਿੱਤੇ ਕਿਸਾਨਾਂ ਦੇ। ਉਹ ਅਸਲ ਦੇ ਵਿੱਚ ਕਾਂਗਰਸ ਵਾਲੇ ਸੋਚਦੇ ਸੀਗੇ, ਪੰਜਾਬ ਕਾਂਗਰਸ ਵਾਲੇ, ਕਿ ਹੋ ਸਕਦਾ ਇਲੈਕਸ਼ਨਾਂ ਦਾ ਟਾਈਮ ਨਿਕਲ ਜਵੇ, ਉਸ ਤੋਂ ਬਾਅਦ ਕਿਤੇ ਮੋਦੀ ਮੰਨੇ ਕਿ ਨਾ ਮੰਨੇ ਇਹਨਾਂ ਦੀ ਕਿਸਾਨਾਂ ਦੀ ਗੱਲ। ਉਹ ਸਿਆਪਾ ਪੈ ਗਿਆ ਕਿ ਮੋਦੀ ਹੁਣੀ ਯੂਪੀ ਦੇ ਇਲੈਕਸ਼ਨਾਂ ਤੋਂ, ਪੰਜਾਬ ਦੇ ਇਲੈਕਸ਼ਨਾਂ ਤੋਂ ਪਹਿਲਾਂ ਹੀ ਮੰਨ ਗਏ, ਫਸ ਗਏ। ਉਹ ਹੁਣ ਬਿੱਲੀ ਦੇ ਗੱਲ ਟੱਲੀ ਕੌਣ ਬੰਨੇ? ਫਸ ਤਾਂ ਗਏ ਜੀ, ਕਿਸਾਨਾਂ ਨੇ ਘੇਰਾ ਪਾਇਆ। 17 ਤਰੀਕ ਨੂੰ ਕਿਹਾ ਸੀ, ਉਹ ਕਹਿੰਦੇ ਨਹੀਂ ਜੀ 20 ਨੂੰ, ਕਹਿੰਦੇ ਚੰਗਾ 20 ਨੂੰ ਕਰ ਲਾ। ਹਾਂ,
ਤੇ 20 ਵੀ ਜਾਂਦੀ ਲੱਗੀ ਤੇ ਹੁਣ ਉਹ ਬੈਠੇ ਆ ਲਾਈਨਾਂ ਤੇ ਵੀ ਬਹਿ ਗਏ ਆ ਤੇ ਉਹ ਡੀਸੀ ਦੇ ਦਫ਼ਤਰ ਵੀ ਅੱਜ 13 ਕੇ ਲਿਆ ਤਾਂ ਕੱਲ 20 ਵੀ ਹੋ ਸਕਦੇ। ਵਾਅਦੇ ਪੂਰੇ ਕੌਣ ਕਰੂ? ਹਾਂ ਇੱਕ ਹੋਰ ਅੱਜ ਜਿਹੜਾ ਫਿਰੋਜ਼ਪੁਰ ਦਾ ਵਿਧਾਇਕ ਆ ਪਰਮਿੰਦਰ ਪਿੰਕੀ, ਉਹਨੇ ਵੀ ਕਹਿਤਾ ਜੀ ਚੜੋ ਵਿਧਾਇਕ ਨਾਲ ਲੈ ਕੇ ਘੁੰਮਦਾ ਜੀ, ਉਹ ਬਕੀਨਾ ਇੱਕ ਭਗੌੜਾ ਆ, ਅਦਾਲਤ ਵੱਲੋਂ ਕਰਾਰ ਦਿੱਤਾ, ਉਹਨੂੰ ਗ੍ਰਿਫਤਾਰ ਨਹੀਂ ਕਰਦੇ ਤੇ ਮੈਨੂੰ ਵੀ ਉਹਦੀ ਜਾਨ ਤੋਂ, ਮੇਰੀ ਜਾਨ ਨੂੰ ਵੀ ਉਹ ਤੋਂ ਖਤਰਾ। ਤੇ ਇਹੋ ਜਿਹਾ ਤੁਸੀਂ ਬੰਦਾ ਡੀਜੀਪੀ ਲਾਇਆ। ਹੁਣ ਇਹ ਨਹੀਂ ਸਮਝ ਆਉਂਦੀ ਵੀ ਚੰਨੀ ਨੇ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਹ ਸੋਤਾ ਸਾਹਿਬ ਨੂੰ ਉਹ ਲਾਇਆ ਡੀਜੀਪੀ, ਸਿੱਧੂ ਨੇ ਕਹਿੰਦਾ ਜੀ ਚੜੋ ਵਧਾਏ ਲਾਓ, ਤੇ ਚੜੋ ਵਧਾਏ ਲਾਤਾ, ਤੇ ਚੜੋ ਵਧਾਏ ਦੇ ਪਿੱਛੇ ਹੁਣ ਜਿਹੜਾ ਪਰਮਿੰਦਰ ਪਿੰਕੀ ਆ ਉਹ ਪੈ ਗਿਆ। ਤੇ ਭਾਈ ਸਾਹਿਬ ਜਿਹੜੇ ਅਪਰਾਧੀ ਨੂੰ ਲੈ ਕੇ ਨਾਲ ਘੁੰਮੀ ਜਾਂਦਾ, ਉਹ ਤੇ ਕਈ ਤਰ੍ਹਾਂ ਦੇ ਪੁੱਠੇ ਸਿੱਧੇ ਬਲਾਤਕਾਰ ਦੇ ਵੀ, ਰੇਪ ਦੇ ਦੋਸ਼ ਆ, ਉਹਨੂੰ ਗ੍ਰਿਫਤਾਰ ਨਹੀਂ ਕਰਦੇ, ਅਦਾਲਤ ਵੱਲੋਂ ਭਗੌੜਾ ਤੋਂ ਹਰ ਟਾਈਮ ਇਹਦੇ ਨਾਲ ਰਹਿੰਦਾ। ਤੁਸੀਂ ਬੰਦਾ ਡੀਜੀਪੀ ਕਿਹੋ ਜਿਹਾ ਬਣਾਤਾ, ਉਹਨੇ ਵੀ ਬੜੇ ਗੰਭੀਰ ਇਲਜ਼ਾਮ ਲਾਤੇ। ਇੱਥੋਂ ਸਿੱਧ ਕੀ ਹੁੰਦਾ ਪਿਆ ਕਿ ਕਾਂਗਰਸ ਦੇ ਵਿੱਚ ਪਾਟੋ ਤਾੜ ਇਸ ਕਦਰ ਵੱਧ ਗਈ ਹੋਈ ਹੈ ਕਿ ਹਰ ਬੰਦਾ ਆਪਣੇ ਢੰਗ ਨਾਲ ਚੱਲਦਾ ਪਿਆ ਹੈ ਔਰ ਬਹਾਨਾ ਲੱਭਦਾ ਪਿਆ। ਰਾਣਾ ਸੋਢੀ ਨੂੰ ਅੱਜ ਜਿਹੜਾ ਉਹਨੇ ਬਿਆਨ ਦਿੱਤਾ, ਬੜਾ ਅਜੀਬੋ-ਗਰੀਬ ਬਿਆਨ ਦਿੱਤਾ ਉਹਨੇ। ਖੇਡ ਦੇਖੋ ਕੀ ਖੇਡੀ, ਕਹਿੰਦਾ ਜੀ ਮੈਂ ਇਸ ਕਰਕੇ ਸ਼ਾਮਲ ਹੋ ਗਿਆ ਕਿਉਂਕਿ ਸਥਿਰ ਗਵਰਨਮੈਂਟ ਚਾਹੀਦੀ ਹੈ। ਗਵਰਨਮੈਂਟ ਪੰਜਾਬ 'ਚ ਸਥਿਰ ਨਹੀਂ ਹੈ। ਦੂਜਾ ਖਤਰੇ ਵਾਲੀ ਬਾਰਡਰ ਸਟੇਟ ਹੈ, ਉਹਦਾ ਸਾਹਮਣਾ ਸਿਰਫ ਖਤਰੇ ਦਾ ਮੋਦੀ ਸਾਹਿਬ ਵੀ ਕਰ ਸਕਦੇ ਆ, ਉਹਨਾਂ ਤੋਂ ਪ੍ਰਭਾਵਿਤ ਹੋ ਕੇ ਮੈਂ ਉਧਰ ਚੱਲ ਗਿਆ। ਅੱਛਾ, ਹੁਣ ਹਰ ਬੰਦੇ ਨੂੰ ਇੱਕ ਬਹਾਨਾ ਚਾਹੀਦਾ। ਬਹਾਨਾ ਤੇ ਚਾਹੀਦਾ। ਹੁਣ ਇਹ ਕੋਈ ਲੱਗਦਾ ਪਈ ਪਿੰਕੀ ਵੀ ਕੋਈ ਬਹਾਨਾ ਹੀ ਤਾਂ ਨਹੀਂ ਕੱਢਦੇ ਆ। ਨਹੀਂ ਬਹਾਨੇ ਕੀ ਪਤਾ ਇਹਨਾਂ ਦੇ ਵਿੱਚ, ਜੇ ਬੰਦੇ ਸਿੰਸੀਅਰ ਹੋਣ ਕਾਂਗਰਸੀ, ਠੀਕ ਹੈ, ਤੇ ਫਿਰ ਕਮਰੇ 'ਚ ਬੰਦ ਹੋ ਕੇ ਪਹਿਲਾਂ ਮੁਲਾਕਾਤ ਕਰਨ, ਬਾਹਰ ਨਾ ਰੌਲਾ ਪਾਉਣ। ਬਾਹਰ ਜਦੋਂ ਰੌਲਾ ਪਾਉਂਦੇ ਤਾਂ ਫਿਰ ਉਹੀ ਹੈ ਵੀ ਕੁਕੜੀ ਦੇ ਖੰਭਾਂ ਵਾਂਗੂ ਖਿਲਰਦੀ ਪਈ ਹੈ, ਹੋਰ ਕੀ ਕਰਦੀ ਪਈ ਹੈ। ਜਿੱਦਾਂ ਆਮ ਆਦਮੀ ਪਾਰਟੀ ਖਿਲਰੀ, ਏਦਾਂ ਇਹ ਖਿਲਰਦੇ ਪਏ। ਔਰ ਹੋ ਸਕਦਾ ਕੋਈ ਬੜੀ ਗੱਲ ਨਹੀਂ ਕਿ ਬੀਜੇਪੀ ਵੀ ਮੱਲ ਮਾਰ ਜਾਏ, ਜਿਸ ਤਰ੍ਹਾਂ ਉਹ ਸਕੰਜਾ ਕੱਸਦੇ ਪਏ ਆ। ਉਹ ਹਰ ਉਹ ਬੰਦੇ ਨੂੰ ਟਾਰਗੇਟ ਕਰਦੇ ਪਏ ਜਿਹੜਾ ਵੀ ਬੰਦਾ ਕਰਪਟ ਆ, ਉਹ ਦੂਜੇ ਇਮਾਨਦਾਰ ਬੰਦੇ ਨੂੰ ਨਹੀਂ ਛੇੜਦੇ ਛੇਤੀ ਕਿਤੇ। ਮਤਲਬ ਕਿ ਇੱਕ ਬਹੁਤ ਨਾਜ਼ੁਕ ਸਮਾਂ ਆ ਕਾਂਗਰਸ ਦੇ ਲਈ, ਔਰ ਘਰੇਲੂ ਕਲੇਸ਼ਾਂ ਨੂੰ ਉਹਨਾਂ ਨੇ ਪਬਲਿਕ ਕਰ ਦਿੱਤਾ ਆ ਬਹੁਤ ਜ਼ਿਆਦਾ, ਔਰ ਇਹਦੇ ਨਾਲ ਜਿਹੜਾ ਹੈ ਇਹਨਾਂ ਨੂੰ ਕਾਫੀ ਨੁਕਸਾਨ ਪਹੁੰਚ ਸਕਦਾ। ਕੀ ਖਿਆਲ ਹੈ ਤੁਹਾਡਾ? ਬਿਲਕੁਲ ਇਦਾਂ ਹੈ ਨਾ ਜੀ। ਅੱਛਾ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਆਦੇਸ਼ ਜੀ, ਅੱਜ ਬਹੁਤ ਵਧੀਆ ਚਰਚਾ ਹੋਈ।